ਆਪੋਜੀਸ਼ਨ ਪਾਰਟੀ ਜੇ ਗੱਲ ਕਹਿ ਰਹੀ ਹੈ ਕਿ ਜਿਹੜੇ ਸਟੇਟ ਦੇ ਹੋਮ ਮਿਨਿਸਟਰ ਨੇ ਉਹ ਮੁੱਖ ਮੰਤਰੀ ਸਾਹਿਬ ਵੀ ਨੇ, ਚੀਫ ਮਿਨਿਸਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਅੱਜ 1.5 ਸਾਲ ਤੋਂ ਵੱਧ ਹੋ ਗਿਆ ਉਹ ਆਪਦੇ ਫਾਰਮ ਹਾਊਸ ਤੋਂ ਨਹੀਂ ਨਿਕਲੇ। ਜਿਹੜਾ ਸਟੇਟ ਦਾ ਹੋਮ ਮਿਨਿਸਟਰ ਹੋਵੇ, ਸਟੇਟ ਦਾ ਮੁਖੀਆ ਹੋਵੇ, ਆਪਦੇ ਘਰ ਚੋਂ ਨਾ ਨਿਕਲੇ ਤੇ ਲਾਅ ਐਂਡ ਆਰਡਰ ਦੇ ਜੋ ਹਾਲਾਤ ਫਿਰ ਜੋ ਬਣਨੇ ਉਹ ਸਾਰਿਆਂ ਦੇ ਸਾਹਮਣੇ। ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਡਕੈਤੀ ਦੀਆਂ, ਲੁੱਟ ਦੀਆਂ, ਜੇਲ੍ਹਾਂ 'ਚ ਬੈਠੇ ਗੈਂਗਸਟਰਾਂ ਨੂੰ ਹਰ ਤਰੀਕੇ ਦੀ ਸੁਵਿਧਾ ਮਿਲਣੀ, ਮੋਬਾਈਲ ਫੋਨ ਤੋਂ ਉਹਨਾਂ ਦੇ ਬਰਥਡੇ ਦੇ ਕੇਕ ਕੱਟੇ ਜਾਣੇ, ਦਿਨ ਦਿਹਾੜੇ ਮਰਡਰ ਹੋਣਾ, ਦਿਨ ਦਿਹਾੜੇ ਫਰੌਤੀ ਲਈ ਜਾਣੀ। ਇਹ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਚਿੰਤਾ ਪੈਦਾ ਹੋ ਰਹੀ ਸੀ। ਅੱਜ ਤੁਹਾਡੇ ਸਾਹਮਣੇ ਹੈ। ਪਹਿਲਾਂ ਤਾਂ ਇਹ ਇਲੈਕਸ਼ਨ ਡਿਲੇ ਕੀਤੀਆਂ ਗਈਆਂ, ਇਲੈਕਸ਼ਨ ਕਾਂਗਰਸ ਕਰਾ ਨਹੀਂ ਰਹੀ ਸੀ। ਜਦੋਂ ਦਬਾਅ ਪਿਆ ਤੇ ਇਲੈਕਸ਼ਨ ਦੀ ਡੇਟ ਐਲਾਨੀ ਗਈ। ਅੱਜ ਇੱਕ ਮਰਡਰਸ ਅਟੈਕ, ਇੱਕ ਉਹਨਾਂ ਤੇ ਜਾਨਲੇਵਾ ਹਮਲਾ ਜੇ ਸਾਬਕਾ ਡਿਪਟੀ ਚੀਫ ਮਿਨਿਸਟਰ ਤੇ ਹੋ ਸਕਦਾ ਹੈ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ, ਮੁੱਖ ਸੇਵਾਦਾਰ ਨੇ, Z+ ਪ੍ਰੋਟੈਕਟੀ ਨੇ, ਕਾਗਜ਼ ਦਾਖਲ ਕਰਾਉਣ SDM ਦੇ ਦਫ਼ਤਰ ਗਏ ਹੈ ਤੇ ਜੇ ਉਹਨਾਂ ਤੇ ਅਟੈਕ ਹੋ ਸਕਦਾ ਤੇ ਤੁਸੀਂ ਸਮਝਦੇ ਹੋ ਕਿਸੇ ਆਮ ਇਨਸਾਨ ਦੀ ਜਾਨ ਮਾਲ ਦੀ ਰੱਖਿਆ ਕਿਵੇਂ ਕਰੂ ਸਰਕਾਰ? ਉਹਨਾਂ ਦੇ ਕੀ ਹਾਲਾਤ ਹੋਣੇ? ਔਰ ਹਰ ਜਗ੍ਹਾ, ਕਿਉਂਕਿ ਕਾਗਜ਼ ਦਾਖਲ ਕਰਾਉਣ ਦਾ ਅੱਜ ਦਾ ਦਿਨ ਹੈ ਤੇ ਕੱਲ ਦਾ ਦਿਨ। ਕੱਲ ਵੀ ਜੋ ਮੇਰੇ ਕੋਲ ਖਬਰ ਆਈ ਹੈ, ਕੱਲ ਵੀ ਜਲਾਲਾਬਾਦ 'ਚ ਇਹੀ ਗੁੰਡਾਗਰਦੀ ਕਾਂਗਰਸੀਆਂ ਨੇ ਕੀਤੀ ਹੈ। ਮੈਂ ਉਹੀ ਕਹਿ ਰਿਹਾ, ਇਹਦਾ ਸਪਸ਼ਟ ਮਤਲਬ ਕੀ ਹੈ ਕਿ ਕਾਂਗਰਸ ਚੋਣਾਂ ਤੋਂ ਭੱਜ ਰਹੀ ਹੈ। ਕਾਂਗਰਸ ਨੂੰ ਵੀ ਇਹ ਗੱਲ ਦੀ ਸਮਝ ਹੈ ਕਿ 4 ਸਾਲ ਅਸੀਂ ਕੁਝ ਨਹੀਂ ਕੀਤਾ, ਇੱਕ ਵਾਅਦਾ ਨਹੀਂ ਪੂਰਾ ਕੀਤਾ, ਲੋਕਾਂ ਨੂੰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨੂੰ ਝੂਠ ਬੋਲਿਆ। ਹੁਣ ਵੋਟਾਂ ਕੰਮਾਂ ਦੇ ਆਧਾਰ ਤੇ ਤਾਂ ਪੈਣੀਆਂ ਨਹੀਂ, ਲੋਕਾਂ ਨੂੰ ਡਰਾ ਧਮਕਾ ਕੇ, ਡੈਮੋਕ੍ਰੇਸੀ ਦਾ ਮਰਡਰ ਕਰਕੇ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਆ ਲੋਕਲ ਬਾਡੀ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਜਿੱਤ ਜਾਣ। ਮਗਰ ਸ਼੍ਰੋਮਣੀ ਅਕਾਲੀ ਦਲ ਔਰ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕ, ਇਨਸਾਫ ਪਸੰਦ ਲੋਕ, ਲੋਕਤੰਤਰ 'ਚ ਵਿਸ਼ਵਾਸ ਕਰਨ ਵਾਲੇ ਲੋਕ ਇਸ ਗੁੰਡਾਗਰਦੀ ਦੇ ਖਿਲਾਫ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹੈ। ਲੜਾਂਗੇ ਮਗਰ ਲੋਕਤੰਤਰ ਨੂੰ ਬਹਾਲ ਰੱਖਾਂਗੇ, ਕਿਉਂਕਿ ਇਹ ਬਾਰਡਰ ਸਟੇਟ ਹੈ। ਦੇਖੋ, ਜਿੱਥੇ ਸਾਰੀ ਘਟਨਾ ਵਾਪਰੀ ਹੈ ਉਹ ਪਾਕਿਸਤਾਨ ਬਾਰਡਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਜੇ ਹਾਲਾਤ ਬਾਰਡਰ ਸਟੇਟ ਦੇ ਬਣੇ ਆ, ਬਾਰਡਰ ਡਿਸਟ੍ਰਿਕਟ ਦੇ ਬਣੇ ਆ, ਤੇ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਕੀ ਹਾਲਾਤ ਸੂਬੇ ਦੇ ਸਾਰੇ ਦੇ ਬਣੇ ਹੋਏ। ਦੇਖੋ ਜੀ, 3 ਬੰਦਿਆਂ ਦੇ ਗੋਲੀ ਵੱਜੀ ਆ। ਸੁਖਬੀਰ ਸਿੰਘ ਜੀ ਬਾਦਲ ਜਿਹੜੇ Z+ ਪ੍ਰੋਟੈਕਟੀ ਹੈ, ਉਹਨਾਂ ਦੀ ਗੱਡੀ ਤੇ ਸਿਰਫ ਇਸ ਲਈ ਹਮਲਾ ਕੀਤਾ ਗਿਆ ਕਿਉਂਕਿ ਉਹ ਕਾਗਜ਼ ਦਾਖਲ ਕਰਾਉਣ ਮਿਊਨਿਸਪਲ ਕਮੇਟੀ ਦੀ ਚੋਣਾਂ 'ਚ ਜਲਾਲਾਬਾਦ ਦੇ ਕਾਗਜ਼ ਦਾਖਲ ਕਰਾਉਣ ਉੱਥੇ ਆ ਰਹੇ ਸੀ। ਪੁਲਿਸ ਨੂੰ ਪਹਿਲਾਂ ਤੋਂ ਉਹਨਾਂ ਦਾ ਪ੍ਰੋਗਰਾਮ ਗਿਆ ਹੋਇਆ ਸੀ। ਹੁਣ ਕਾਗਜ਼ ਦਾਖਲ ਕਰਾਉਣ ਸੁਭਾਵਿਕ SDM ਦੇ ਦਫ਼ਤਰ ਜਾਣਾ, ਉੱਥੇ ਸਿਕਿਉਰਿਟੀ ਕਿਹਨੇ ਦੇਣੀ ਆ? ਸਰਕਾਰ ਨੇ ਦੇਣੀ ਹੈ, ਰਿਟਰਨਿੰਗ ਅਫਸਰ ਨੇ ਦੇਣੀ ਹੈ, ਜ਼ਿਲ੍ਹਾ ਪ੍ਰਸ਼ਾਸਨ ਨੇ ਦੇਣੀ ਹੈ, ਕਿਸੇ ਨੇ ਨਹੀਂ ਦੇਣੀ। ਕਿਉਂ ਨਹੀਂ? ਉਹਨਾਂ ਨੇ ਕਿਉਂ ਨਹੀਂ ਧਿਆਨ ਦਿੱਤਾ? ਗੁੰਡੇ ਪਹਿਲਾਂ ਤੋਂ ਮੌਜੂਦ ਸਨ। ਇੱਟਾਂ ਦਾ ਪ੍ਰਬੰਧ, ਵੈਪਨ ਦਾ ਪ੍ਰਬੰਧ, ਲਾਠੀਆਂ ਦਾ ਪ੍ਰਬੰਧ। ਮੇਰੇ ਕੋਲ ਤਾਂ ਇੱਥੋਂ ਤੱਕ ਖਬਰ ਹੈ ਕਿ ਪੈਟਰੋਲ ਬੰਬ ਤੱਕ ਦੀ ਤਿਆਰੀ ਸੀ। ਉਹ ਤਾਂ ਰੌਲਾ ਇੰਨਾ ਪੈ ਗਿਆ ਕਿ ਉਹ ਘਬਰਾ ਗਏ ਤੇ ਆਪ ਦੀ ਪੂਰੀ ਕਾਰਵਾਈ ਨੂੰ ਅੰਜਾਮ ਨਹੀਂ ਦੇ ਸਕੇ। ਫਾਇਰਿੰਗ ਹੋ ਗਈ, ਬੰਦਿਆਂ ਦੇ ਗੋਲੀ ਲੱਗ ਗਈ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹ ਬੰਦਿਆਂ ਦੀ ਜਾਨ ਬਚ ਗਈ ਹੈ। ਮਗਰ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੀ ਗੁੰਡਾਗਰਦੀ ਕਰਾਈ ਜਾ ਰਹੀ ਹੈ, ਫੈਲਾਈ ਜਾ ਰਹੀ ਹੈ, ਜੋ ਲੌਲੈਸਨੈਸ ਪੰਜਾਬ 'ਚ ਫੈਲਾਈ ਜਾ ਰਹੀ ਹੈ, ਇਹਦੇ ਨਾਲ ਪੰਜਾਬ ਦਾ ਅਕਸ਼, ਪੰਜਾਬ 'ਚ ਨਿਵੇਸ਼, ਪੰਜਾਬ ਦੇ ਹਾਲਾਤ ਬਹੁਤ ਵਿਗੜਦੇ ਜਾ ਰਹੇ ਆ। ਇਹ ਅੱਜ ਸਥਿਤੀ ਸਪਸ਼ਟ ਹੋ ਰਹੀ ਹੈ। ਆਜ਼ਾਦ ਤੇ ਨਿਰਪੱਖ ਚੋਣਾਂ ਲਈ ਕੀ ਮੰਗ ਕਰੋਗੇ? ਦੇਖੋ, ਅਸੀਂ ਪਹਿਲਾਂ ਹੀ ਸਾਨੂੰ ਇਹਨਾਂ ਗੱਲਾਂ ਦਾ ਖਦਸ਼ਾ ਸੀ। ਇਹ ਨਹੀਂ ਅਸੀਂ ਰਿਅਲਾਈਜ਼ ਕੀਤਾ ਸੀ ਕਿ ਇਹਨਾਂ ਨੇ ਮਤਲਬ SDM ਦੇ ਦਫ਼ਤਰ ਅੰਦਰ ਵੀ ਇਹ ਕੁਝ ਕਰ ਦੇਣਾ। ਅਸੀਂ ਪੈਰਾ ਮਿਲਟਰੀ ਫੋਰਸਿਸ ਦੀ ਮੰਗ ਕੀਤੀ ਸੀ, ਲਿਖਤੀ ਦੇ ਕੇ ਆਏ ਸਾਂ ਇਲੈਕਸ਼ਨ ਕਮਿਸ਼ਨ ਕੋਲ, ਔਰ ਇਹ ਇਲੈਕਸ਼ਨ ਕਮਿਸ਼ਨ ਦਾ ਵੀ ਬਹੁਤ ਵੱਡਾ ਫੇਲਿਅਰ ਜਗਪਾਲ ਸੰਧੂ ਸਾਹਿਬ ਦਾ ਹੈ ਕਿ ਜੇ ਉਹ ਲੋਕਤੰਤਰ ਨੂੰ ਨਹੀਂ ਬਹਾਲ ਰੱਖ ਸਕਦੇ,
ਜੇ ਵਿਦਆਊਟ ਫੀਅਰ ਐਂਡ ਪ੍ਰੈਜੁਡਿਸ, ਬਗੈਰ ਕਿਸੇ ਡਰ ਤੋਂ ਬੰਦਾ ਵੋਟ ਨਹੀਂ ਪਾ ਸਕਦਾ, ਤੇ ਫਿਰ ਸੁਭਾਵਿਕ ਹੈ ਲੋਕਤੰਤਰ ਦੀਆਂ ਧੱਜੀਆਂ ਉਡਾਉਣ 'ਚ ਤਾਂ ਫਿਰ ਸਭ ਦਾ ਰੋਲ ਸਾਹਮਣੇ ਆ ਰਿਹਾ। ਦੇਖੋ ਇੱਕ ਮੇਰੀ ਗੱਲ, ਬਿਲਕੁਲ ਕਾਂਗਰਸ ਦੀ ਹਾਰ, ਆਪਣੀ ਹਾਰ ਵੇਖਦੇ ਕਾਂਗਰਸ ਦੀ ਬਕਲਾਹਟ ਤਦੇ ਪਹਿਲਾਂ ਚੋਣਾਂ ਨਹੀਂ ਹੋਣ ਦਿੱਤੀਆਂ। ਇਹ ਆਲਰੇਡੀ ਚੋਣਾਂ ਸਾਲ ਤੋਂ ਵੱਧ ਡਿਲੇਡ ਹੈ, ਔਰ ਚੋਣਾਂ ਜੇ ਹੋ ਰਹੀਆਂ ਨੇ, ਜੇ ਇੱਕ ਸਾਬਕਾ ਡਿਪਟੀ ਸੀਐਮ ਤੇ ਇਸ ਤਰੀਕੇ ਨਾਲ ਜਾਨਲੇਵਾ ਹਮਲਾ ਹੋ ਸਕਦਾ ਹੈ ਤੇ ਸਧਾਰਨ ਬੰਦਾ ਸੁਰੱਖਿਅਤ ਹੈ ਜੀ? ਇੱਕ ਦੁਕਾਨਦਾਰ ਜਾਂ ਇੱਕ ਰੇੜੀ ਲਾਉਣ ਵਾਲਾ ਜਾਂ ਇੱਕ ਨੌਕਰੀ ਕਰਨ ਵਾਲਾ, ਉਹਦੇ 'ਚ ਇੰਨੀ ਹਿੰਮਤ ਹੈ ਕਿ ਉਹ ਸਰਕਾਰ ਨੂੰ ਟੇਕ ਔਨ ਕਰਕੇ ਆਪਦੀ ਵਿਦਆਊਟ ਕਿਸੇ ਡਰ ਤੋਂ ਵੋਟ ਪਾ ਜਾਊਗਾ? ਪਰ ਸਰ ਜੀ ਕਾਗਜ਼ ਦਾਖਲ ਕਰਨ ਲੱਗਿਆ ਇਦਾਂ ਦੇ ਮਾਹੌਲ ਹੈ ਤੇ ਚੋਣਾਂ ਜਿੱਦਣ ਹੋਣਗੀਆਂ ਉਹਨੂੰ ਤੁਸੀਂ ਕਿੱਦਾਂ ਦੇਖਦੇ? ਮੈਂ ਸਰ ਆਹੀ ਬੇਨਤੀ ਤੁਹਾਨੂੰ ਕਰ ਰਿਹਾ, ਮੈਂ ਉਹੀ ਗੱਲ ਕਹਿ ਰਿਹਾ ਕਿ ਜੇ ਕਾਗਜ਼ ਦਾਖਲ ਕਰਾਉਣ ਲਈ ਡੀਸੀ ਐਸਡੀਐਮ ਦੇ ਦਫ਼ਤਰਾਂ 'ਚ ਇਹ ਹਾਲ ਹੈ ਤੇ ਤੁਸੀਂ ਸਮਝਦੇ ਹੋ ਕਿ ਵੋਟਾਂ ਪੈ ਜਾਣਗੀਆਂ 14 ਦਿਨਾਂ 'ਚ? ਲੋਕਾਂ ਦੇ ਨਾਲ ਕੀ ਕੁਝ ਕੀਤਾ ਜਾਊਗਾ? ਬਿਜਲੀ ਵਾਲੇ, ਬੱਤੀ ਵਾਲੇ, ਵੇਟ ਐਂਡ ਮੈਜਰ ਵਾਲੇ, ਹੈਲਥ ਮਹਿਕਮੇ ਵਾਲੇ, ਹਰੇਕ ਤਰੀਕੇ ਨਾਲ ਪੁਲਿਸ ਨੂੰ ਹਰੇਕ ਤਰੀਕੇ ਦੇ ਹਥਕੰਡੇ ਅਪਣਾਏ ਜਾ ਰਹੇ ਆ। ਜਿਹੜਾ ਨਹੀਂ ਮੰਨਦਾ ਇਹਨਾਂ ਨੂੰ ਵੋਟ ਪਾਉਣ ਨੂੰ, ਉਹਦੀ ਦੁਕਾਨ ਬੰਦ, ਉੱਤੇ ਬਿਜਲੀ ਦਾ ਰੇਡ, ਉੱਤੇ ਪੁਲਿਸ ਦਾ ਰੇਡ, ਉਸ ਤੇ ਐਕਸਾਈਜ਼ ਦਾ ਰੇਡ, ਮਤਲਬ ਕੋਈ ਕੰਮ, ਕੋਈ ਮਹਿਕਮਾ ਛੱਡਿਆ ਹੀ ਨਹੀਂ ਜਿਹਦਾ ਰੇਡ ਨਹੀਂ ਹੋ ਰਿਹਾ। ਔਰ ਜਦ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਨਾਮਜ਼ਦਗੀ ਦਾਖਲ ਕਰਨ ਤੋਂ ਰੋਕਣ ਤੋਂ ਫੇਲ ਹੋ ਗਈ ਸੀ ਕਾਂਗਰਸ, ਅੱਜ ਆਵਲਾ ਉਹਦਾ ਮੁੰਡਾ, ਉਹਦੀ ਮੁੰਡੇ ਸਾਹਮਣੇ ਉੱਥੇ ਆ, ਜਿਹਨੇ ਜਾ ਕੇ ਸਾਰੀ ਪਹਿਲਾਂ ਤਿਆਰੀ ਕੀਤੀ। ਔਰ ਤੁਸੀਂ ਵੇਖੋ Z+ ਪ੍ਰੋਟੈਕਟੀ ਦਾ ਸਾਰਾ ਪ੍ਰੋਗਰਾਮ ਐਸਐਸਪੀ ਸਾਹਿਬ ਕੋਲ ਸੀ। ਐਸਐਸਪੀ ਸਾਹਿਬ ਦਾ ਫੇਲੀਅਰ ਵੇਖ ਲਓ ਕਿ ਸਾਰਾ ਕੁਝ ਉੱਥੇ ਇਕੱਠਾ ਹੋ ਗਿਆ। ਵੈਪਨ ਕਿੱਥੋਂ ਆ ਗਏ, ਉੱਥੇ ਪੱਥਰ ਕਿੱਥੋਂ ਆ ਗਏ? ਤੇ ਉਹ ਕੀ ਪੁਲਿਸ ਸੁੱਤੀ ਪਈ ਸੀ ਕਿ ਪੁਲਿਸ ਨਾਲ ਹੋ ਕੇ ਤਿਆਰੀ ਕਰਾ ਰਹੀ ਸੀ? ਪੁਲਿਸ ਨਾਲ ਹੋ ਕੇ ਤਿਆਰੀ ਕਰਾ ਸੀ। ਪੁਲਿਸ ਤੇ ਇਸ ਤਰੀਕੇ ਦਾ ਦਬਾਅ, ਜਦੋਂ ਸਟੇਟ ਦੀ ਪੁਲਿਸ ਨੇ ਸਟੇਟ ਦੇ ਮੁੱਖ ਮੰਤਰੀ ਦੇ ਹਿਸਾਬ ਨਾਲ ਚੱਲਣਾ, ਫਿਰ ਲਾਅ ਐਂਡ ਆਰਡਰ ਦੀ ਧੱਜੀਆਂ ਔਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਿੱਥੋਂ ਹੋਣੀ? ਮਗਰ ਸ਼੍ਰੋਮਣੀ ਅਕਾਲੀ ਦਲ ਪਿੱਛੇ ਨਹੀਂ ਹਟੂਗਾ। ਸਾਡੇ ਕੈਂਡੀਡੇਟ ਵਰਕਰ ਮਰਨ ਨੂੰ ਤਿਆਰ ਨੇ, ਮਗਰ ਲੋਕਤੰਤਰ ਦੀ ਬਹਾਲੀ ਵਾਸਤੇ ਹਰ ਤਰੀਕੇ ਦੀ ਕੁਰਬਾਨੀ ਔਰ ਲੜਾਈ ਲੜਾਂਗੇ। ਪਾਰਟੀ ਲੈਵਲ ਤੇ ਹੁਣ ਕੀ ਰਹੇਗਾ ਅਕਾਲੀ ਦਲ ਦਾ, ਕੀ ਰੁਖ ਰਹੇਗਾ? ਕੱਲ ਨੋਮੀਨੇਸ਼ਨ ਫਾਈਲ ਹੋ ਜਾਣਗੀਆਂ ਤੇ ਉਸ ਜਗ੍ਹਾ ਤੇ ਜਿੱਥੇ ਪਿਕ ਇਵੈਂਟ ਵੀ ਆ ਉੱਥੇ ਇੱਕ ਵੀ ਨੋਮੀਨੇਸ਼ਨ ਫਾਈਲ ਨਹੀਂ ਹੋ ਸਕੀ। ਅਗਲਾ ਰੁਖ ਕੀ ਰਹੇਗਾ ਕੱਲ ਤੱਕ ਦਾ? ਰਣਨੀਤੀ ਕੀ ਰਹੇਗੀ? ਤੁਸੀਂ ਕਿਸ ਤਰ੍ਹਾਂ ਨਾਲ ਹਾਲਾਤਾਂ ਨਾਲ ਨਜਿੱਠੇ? ਦੇਖੋ ਸਭ ਤੋਂ 2-3 ਗੱਲਾਂ ਨੇ ਜੀ। ਸਭ ਤੋਂ ਪਹਿਲਾਂ ਤਾਂ ਅੱਜ ਜੋ ਹੋਇਆ ਉਸ ਇਨਸੀਡੈਂਟ ਦੇ ਸਾਹਮਣੇ ਅਸੀਂ ਉੱਥੇ ਧਰਨਾ ਲਾਤਾ, ਔਰ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਐਕਸ਼ਨ ਪੁਲਿਸ ਦੀ ਨਲਾਇਕੀ ਦਾ ਔਰ ਜਿਨ੍ਹਾਂ ਨੇ ਕਾਰਵਾਈ ਕੀਤੀ, ਆਵਲਾ ਤੇ ਉਹਦਾ ਮੁੰਡਾ ਤੇ ਹੋਰ ਕਾਂਗਰਸੀ ਗੁੰਡੇ, ਉਹਨਾਂ ਦੇ ਖਿਲਾਫ ਪਰਚਾ ਦਰਜ ਨਹੀਂ ਹੁੰਦਾ। ਜਿੱਥੇ ਭਿੱਖੀਵਿੰਡ ਦੀ ਗੱਲ ਹੈ, ਜਾਂ ਮੇਰੇ ਕੋਲ ਹੁਣੇ ਫਿਰੋਜ਼ਪੁਰ ਦੀ ਵੀ ਖਬਰ ਆਈ ਹੈ, ਸਾਡੇ ਸਾਬਕਾ ਵਜ਼ੀਰ ਜਨਮੇਜਾ ਸਿੰਘ ਸੇਖੋ ਸਾਹਿਬ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ। ਕਿਉਂਕਿ ਕਾਗਜ਼ ਦਾਖਲ ਕਰਾਉਣ ਚੱਲੇ ਸੀ। ਇਹਨਾਂ ਹਾਲਾਤਾਂ 'ਚ ਦੋ ਗੱਲਾਂ ਸਪਸ਼ਟ ਨੇ ਕਿ ਕਾਂਗਰਸ ਚੋਣਾਂ ਤੋਂ ਭੱਜ ਗਈ ਹੈ, ਫ੍ਰੀ ਐਂਡ ਫੇਅਰ ਇਲੈਕਸ਼ਨਸ ਤੋਂ। ਦੂਜੀ ਗੱਲ, ਇਲੈਕਸ਼ਨ ਕਮਿਸ਼ਨ ਨੂੰ ਪਟੀਸ਼ਨ ਕਰਾਂਗੇ ਕਿ ਇਸ ਤਰ੍ਹਾਂ ਕੀ ਲੋਕਤੰਤਰ ਬਚ ਜੂ। ਇਸ ਲਈ ਅਸੀਂ ਜੋ ਸਾਡੇ ਕੋਲ ਸੰਵਿਧਾਨਕ ਹੱਕ ਨੇ, ਅਸੀਂ ਅੱਜ ਆਨਰੇਬਲ ਸਪੀਕਰ ਨੂੰ ਵੀ ਚਿੱਠੀ ਲਿਖੀ ਹੈ, ਕਿਉਂਕਿ ਸੁਖਬੀਰ ਜੀ ਕੱਲ ਤੱਕ ਪਾਰਲੀਮੈਂਟ 'ਚ ਸੀ, ਅੱਜ ਹੀ ਸਵੇਰੇ ਉੱਥੋਂ ਆਏ ਸੀ ਇੱਥੇ, ਕਿਉਂਕਿ ਇਹ ਗੱਲ ਦਾ ਖਦਸ਼ਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਇਹਨਾਂ ਨੇ ਕਾਗਜ਼ ਦਾਖਲ ਨਹੀਂ ਕਰਨ ਦੇਣੇ। ਸੋ ਸਾਰਿਆਂ ਦੀ ਮੰਗ ਸੀ ਕਿ ਫਿਰੋਜ਼ਪੁਰ ਦੀਆਂ ਜਿੰਨੀਆਂ ਸੀਟਾਂ ਨੇ MP ਸਾਹਿਬ ਆਪ ਚੱਲਣ, ਤੇ ਸ਼ਾਇਦ MP ਸਾਹਿਬ ਦੇ ਕਰਕੇ ਇਹ ਹਾਲਾਤ ਪੈਦਾ ਨਹੀਂ ਹੋਣਗੇ। ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਾਂਗਰਸ ਨੇ ਜੋ ਆਪਦੀ ਮਨਸ਼ਾ ਸੀ ਉਹ ਸਾਫ਼ ਕਰਤੀ ਅੱਜ ਗੁੰਡਾਗਰਦੀ ਨੂੰ। ਹਾਂਜੀ, ਲੋਕਤੰਤਰ ਨੂੰ ਖਤਰਾ ਪੈਦਾ ਹੋ ਗਿਆ ਜੇ ਐਸੇ ਲੋਕਤੰਤਰ ਤਾਂ ਪੰਜਾਬ 'ਚ ਰਿਹਾ ਹੀ ਨਹੀਂ ਜੀ। ਦੇਖੋ ਇੰਡਸਟਰੀ ਦੇ ਕੀ ਹਾਲਾਤ ਕੀਤੇ ਜਾ ਰਹੇ ਆ, ਲੋਕਾਂ ਦੇ ਨਾਲ ਰੋਜ਼ ਦਿਨ ਦਿਹਾੜੇ ਫਰੌਤੀ। ਇੱਕ ਇੱਥੇ ਮੰਤਰੀ ਸਾਹਿਬ ਨੇ, ਉਹਨਾਂ ਦੀ ਉਹ ਫੋਟੋ ਵਾਇਰਲ ਹੋਈ ਆ, ਉਹ ਗੈਂਗਸਟਰ ਤਾਂ ਉਹਨਾਂ ਨੂੰ ਸਲਾਹ ਦੇ ਰਿਹਾ ਕਿ ਜੇਲ੍ਹਾਂ ਦਾ ਪ੍ਰਸ਼ਾਸਨ ਕਿਵੇਂ ਚੱਲਣਾ ਚਾਹੀਦਾ। ਜੇਲ੍ਹਾਂ ਦੇ ਅੰਦਰੋਂ ਤੇ ਮੰਤਰੀ ਰਲ ਕੇ ਤਾਂ ਗੁੰਡਾਗਰਦੀ ਕਰ ਰਹੇ ਆ। ਇਹ ਸਾਹਮਣੇ ਆ, ਤੁਹਾਡੇ ਸਾਹਮਣੇ। ਅੱਜ ਉਹਨਾਂ ਦਾ ਹੌਲਾ ਜਿਹਾ ਕਾਕਾ ਉਹ, ਮੈਂ ਤਾਂ ਉਹਦੀ ਫੋਟੋ ਵੇਖੀ ਆ, ਮੈਨੂੰ ਲੱਗਦਾ 40 ਕਿਲੋ ਭਾਰ ਨਹੀਂ ਹੋਣਾ। ਉਹਦੇ 'ਚ ਵਿਚਾਰੇ 'ਚ ਕਿੱਥੋਂ ਇੰਨੀ ਹਿੰਮਤ ਆ ਜਾਣੀ ਸੀ? ਸੁਭਾਵਿਕ ਆ, ਪੁਲਿਸ ਦੀ ਸਪੋਰਟ ਹੈ
ਤਦੇ ਆ ਚਿੜੀ ਜਿੰਨਾ ਮੁੰਡਾ ਐਡਾ ਆਪਦਾ ਦਿਖਾ ਰਿਹਾ ਜ਼ੋਰ। ਇਹ ਗੱਲਾਂ ਬੜੇ ਅਫਸੋਸ ਦੀ ਗੱਲ ਹੈ। ਤੁਸੀਂ ਲੋਕਤੰਤਰ ਨੂੰ ਮਾਰੋਗੇ ਬਾਰਡਰ ਸਟੇਟ 'ਚ, ਇਹਦਾ ਫਾਇਦਾ ਵਿਰੋਧੀ ਮੁਲਕ ਵਿਰੋਧੀ ਦੇਸ਼ ਉਠਾਊਗਾ ਔਰ ਉਹਦੇ ਨਾਲ ਨੁਕਸਾਨ ਦੇਸ਼ ਦਾ ਹੋਊਗਾ, ਪੰਜਾਬ ਦਾ ਹੋਊਗਾ। ਪੰਜਾਬ ਸਰਕਾਰ ਆਪ ਹੀ ਮਾਹੌਲ ਖਰਾਬ ਕਰ ਰਹੀ ਹੈ ਸਟੇਟ ਦਾ। ਯਾਰ ਐਸਡੀਐਮ ਦੇ ਦਫ਼ਤਰ ਦੀ ਸਿਕਿਉਰਿਟੀ ਕਿਹਦੀ ਆ? ਸਟੇਟ ਦੀ ਸਿਕਿਉਰਿਟੀ ਕਿਹਦੀ ਆ? ਜਿੱਥੇ ਨੋਮੀਨੇਸ਼ਨ ਫਾਈਲ ਹੋਣੇ ਜੇ ਉੱਥੇ ਹਾਲਾਤ ਹੈ ਤੇ ਬਾਕੀ ਸਟੇਟ ਦੀ ਤਾਂ ਗੱਲ ਹੀ ਛੱਡ ਦਿਓ, ਕੀ ਹਾਲਾਤ ਹੋਣੇ। ਅਕਾਲੀ ਆਗੂਆਂ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਕਾਂਗਰਸ? ਉਹ ਦੂਜੇ ਤਾਂ ਉਹਨਾਂ ਦੇ ਯਾਰ ਨੇ, ਉਹ ਤਾਂ ਲੜ ਵੀ ਨਹੀਂ ਰਹੇ। ਤੁਹਾਨੂੰ ਫੜ ਕੇ ਕਿਤੇ ਸਾਡੇ ਅੰਮ੍ਰਿਤਸਰ 'ਚ ਤਾਂ ਮੈਂ ਕਿਤੇ ਨਹੀਂ ਵੇਖੇ, ਕਿਤੇ ਖਬਰ ਵੀ ਆਈ ਆ, ਸਿਵਾਏ ਅਖਬਾਰਾਂ ਤੱਕ ਸੀਮਿਤ ਰਹਿ ਕੇ ਬਿਆਨ ਦੇਣ ਤੱਕ ਨੇ। ਔਰ ਜੇ ਉਹ ਸੀਰੀਅਸਲੀ ਇਲੈਕਸ਼ਨ ਲੜ ਰਹੇ ਹੁੰਦੇ ਤੇ ਪ੍ਰੋਬਲਮ ਉਹਨਾਂ ਨੂੰ ਵੀ ਸਾਹਮਣੇ ਆ ਜਾਂਦੀ, ਮਗਰ ਕਿਉਂਕਿ ਉਹਨਾਂ ਨਾਲ ਫਿਕਸਡ ਮੈਚ ਹੈ ਕਿ ਇਹ ਕਾਮਯਾਬ ਹੋ ਜਾਣ, ਆਪ ਵਾਲੇ ਹੋ ਜਾਣ, ਸਾਡੀ ਕਾਂਗਰਸ ਦੀ ਬੀ ਟੀਮ ਹੈ, ਮਗਰ ਸ਼੍ਰੋਮਣੀ ਅਕਾਲੀ ਦਲ ਵਾਲਾ ਨਹੀਂ ਲੜਨਾ ਹੋਣਾ ਚਾਹੀਦਾ। ਹਾਂਜੀ ਯਾਰ, ਜੇ ਬਾਰਡਰ ਸਟੇਟ 'ਚ ਬਾਰਡਰ ਡਿਸਟ੍ਰਿਕਟ 'ਚ ਲਾਅ ਐਂਡ ਆਰਡਰ ਦਾ ਇਸ਼ੂ ਖੜਾ ਹੋਊਗਾ ਤੇ ਤਾਰਾਂ ਤੋਂ ਪਾਰ ਦੀ ਤਾਂ ਰੋਜ਼ ਖਬਰਾਂ ਲੱਗ ਰਹੀਆਂ ਨੇ, ਉਹਦਾ ਨਜਾਇਜ਼ ਫਾਇਦਾ ਕੌਣ ਉਠਾਊਗਾ? ਦੇਖੋ, ਅਸੀਂ ਨਹੀਂ ਚਾਹੁੰਦੇ ਕਾਲੇ ਦਿਨ ਆਉਣ, ਮਗਰ ਜੇ ਮੁੱਖ ਮੰਤਰੀ ਇਸ ਤਰ੍ਹਾਂ ਕੰਮ ਕਰਨ ਦੀ ਨੀਂਦ ਸੁੱਤੇ ਰਹਿਣਗੇ ਤੇ ਫਿਰ ਤਾਂ ਕੁਝ ਵੀ ਹੋ ਸਕਦਾ। ਮੁੱਖ ਮੰਤਰੀ ਸਾਹਿਬ ਨਾ ਤਾਂ ਗਏ ਆ ਆਪਦੇ ਦਫ਼ਤਰ 2.5 ਸਾਲ ਹੋ ਗਏ, ਘਰ ਉਹਨਾਂ ਨੇ ਮੁੱਖ ਮੰਤਰੀ ਵਾਲਾ ਛੱਡਤਾ। ਪ੍ਰਤਾਪ ਬਾਜਵਾ ਜੀ ਦੱਸਦੇ ਕਿ ਜੰਗਲ 'ਚ ਮੰਗਲ ਹੋਇਆ ਖੜਾ, ਤੇ ਫਿਰ ਇਹਨਾਂ ਹਾਲਾਤਾਂ 'ਚ ਕਿੱਥੋਂ ਸਟੇਟ ਚੱਲਣਾ? ਅਮਰੀਕਾ ਦੀ ਸਟੇਟਮੈਂਟ ਆਈ ਹੈ, ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਤੇ ਇਹ ਕਿ ਗੁੰਡਾ ਅਨਸਰ ਜਿਹੜੇ ਉਹ ਅਕਾਲੀ ਦਲ ਲਿਆ ਸੀ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ। ਚਲੋ ਹੁਣ ਰਾਜ ਕੁਮਾਰ ਜੀ ਤੇ ਹੋਰ ਕੀ ਕਹਿਣਗੇ, ਬੁਲਾ ਰਹੇ ਨੇ ਕਾਂਗਰਸ ਦੇ। ਫਾਇਰਿੰਗ ਹੁੰਦੀ ਵੀਡੀਓ ਸਾਹਮਣੇ ਆ ਗਈ ਆ, ਸਾਹਮਣੇ ਕਲੀਅਰਲੀ 4 ਸ਼ਾਟਸ ਸੁਣੇ ਜਾ ਰਹੇ, ਜਿਹਦੇ ਗੋਲੀ ਵੱਜੀ ਆ ਮਤਲਬ ਉਹਨੇ ਡਰਾਮਾ ਹੀ ਰਚਤਾ। ਰੱਬ ਦਾ ਵਾਸਤਾ ਹੈ ਰਾਜ ਕੁਮਾਰ ਜੀ ਨੂੰ ਕਿ ਠੀਕ ਹੈ, ਤੁਸੀਂ ਆਪਦੀ ਕਾਂਗਰਸ ਦੀ ਕਮਜ਼ੋਰੀ ਲੁਕਾਉਣੀ ਤੁਹਾਡੀ ਮਜਬੂਰੀ ਆ, ਭਾਵੇਂ ਵਜ਼ੀਰ ਤਾਂ ਤੁਹਾਨੂੰ ਵੀ ਨਹੀਂ ਬਣਾਇਆ, ਮਗਰ ਕੋਈ ਗੱਲ ਸੱਚੀ ਤਾਂ ਕਰ ਲਓ। ਇਹ ਤਾਂ ਔਨ ਰਿਕਾਰਡ ਹੈ ਐਸਡੀਐਮ ਦੇ ਦਫ਼ਤਰ 'ਚ। ਜੇ ਇਸ ਤਰੀਕੇ ਦੀ ਗੁੰਡਾਗਰਦੀ ਹੋ ਗਈ ਤੇ ਕਾਗਜ਼ ਕਿਵੇਂ ਦਾਖਲ ਹੋਣਗੇ? ਫਿਰ ਚੱਲੂ ਕਿਵੇਂ ਲੋਕਤੰਤਰ? ਇਹ ਦੱਸ ਦੇਣ। ਕੈਪਟਨ ਸਾਹਿਬ ਖੁਦ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਦੇ ਨੇ, ਸੰਕੇਤਿਕ ਚਿੱਠੀ ਵੀ, ਹੋਰ ਵੀ ਕਈ ਲਿਖੀਆਂ, ਮੁਲਾਕਾਤ ਵੀ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ। ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਬਾਰਡਰ ਸਟੇਟ ਦੇ ਨਾਲ ਲੱਗਦੇ ਕਿ ਮਾਹੌਲ ਖਰਾਬ ਹੋ ਰਿਹਾ। ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਨੂੰ ਚਿੱਠੀ ਲੱਗਦੀ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪਹਿਲੇ ਪੰਜਾਬ ਦਾ ਆਪਣਾ ਮਾਹੌਲ ਦੇਖਣਾ ਚਾਹੀਦਾ? ਦੇਖੋ, ਕੈਪਟਨ ਅਮਰਿੰਦਰ ਸਿੰਘ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਰਿਹਾ ਕਿ ਮਾਹੌਲ ਖਰਾਬ ਹੋ ਸਕਦਾ ਹੈ, ਤਾਂ ਉਹ ਆਪ ਹੀ ਮੰਨ ਰਿਹਾ ਕਿ ਮੈਂ ਫੇਲ ਹਾਂ, ਕਿ ਮੈਂ ਨਲਾਇਕ ਹਾਂ, ਮੈਂ ਪੰਜਾਬ ਦੇ ਲੋਕਾਂ ਦਾ ਧਿਆਨ ਨਹੀਂ ਰੱਖ ਸਕਦਾ ਕਿਉਂਕਿ ਮੈਂ ਆਰਾਮ ਪ੍ਰਸਤ ਮੁੱਖ ਮੰਤਰੀ ਹਾਂ। ਉਹ ਗੱਲ ਤਾਂ ਜੋ ਮੈਂ ਕਹਿ ਰਿਹਾ ਜਾਂ ਜੋ ਲੋਕ ਕਹਿ ਰਹੇ ਆ ਤੇ ਮੁੱਖ ਮੰਤਰੀ ਆਪ ਵੀ ਮੰਨੀ ਜਾਣ ਡਿਆ, ਉਹ ਗੱਲ ਤਾਂ ਸਪਸ਼ਟ ਹੀ ਆ ਜੀ। ਜਿਹੜਾ ਬੰਦਾ ਆਪਦੇ ਦਫ਼ਤਰ ਨਾ ਜਾਵੇ, ਲੋਕਾਂ ਦੀ ਸਾਰ ਨਾ ਲਵੇ, ਉਹਨੂੰ ਕੀ ਪਤਾ ਇੱਕ ਫੋਨ ਤੋਂ ਲਾਈਵ ਹੋਣ ਨਾਲ ਐਤਵਾਰ ਦੇ ਐਤਵਾਰ ਇੱਕ ਦਿਨ ਚੱਲਦੀ ਹੈ ਸਰਕਾਰ, ਉਹ ਵੀ ਘੰਟੇ ਆ, ਇੱਕ 1 ਆਵਰ ਵਾਸਤੇ ਲਾਈਵ ਹੁੰਦੇ ਆ, ਮਨਮਰਜ਼ੀ ਦੇ ਸਵਾਲ ਆਉਂਦੇ, ਉਹਦੇ 4 ਜਵਾਬ ਦੇ ਕੇ ਸਮਝਦੇ ਕਿ ਜੀ ਮੈਂ ਸਟੇਟ ਨੂੰ ਇਹ ਗਵਰਨ ਕਰਤਾ। ਤੇ ਜੇ ਪੈਰਾਮਿਲਟਰੀ ਫੋਰਸਸ ਤੈਨਾਤ ਨਹੀਂ ਹੁੰਦੀਆਂ ਸਿਲੈਕਸ਼ਨ ਦੇ ਵਿੱਚ, ਤੇ ਤੁਸੀਂ ਕੀ ਸਮਝਦੇ ਹੋ ਉਹਨਾਂ ਇਲੈਕਸ਼ਨ ਦਾ ਫਿਰ ਕੋਈ ਫਾਇਦਾ ਨਹੀਂ ਰਹੇਗਾ? ਇਹ ਰਿਗਡ ਇਲੈਕਸ਼ਨ ਹੋਣੀ ਹੈ ਜੀ। ਫਿਰ ਇਲੈਕਸ਼ਨ ਤਾਂ ਹੋਣੀ, ਲੋਕਾਂ ਦੀ ਇਲੈਕਸ਼ਨ ਨਹੀਂ ਹੋਣੀ। ਇਹ ਫਿਰ ਕਾਂਗਰਸੀਆਂ ਦੀ ਧੱਕੇਸ਼ਾਹੀ, ਗੁੰਡਾਗਰਦੀ, ਕਾਂਗਰਸ ਬੂਥ ਕੈਪਚਰਿੰਗ, ਇਹੀ ਕੁਝ ਹੋਣਾ। ਜੇ ਨੋਮੀਨੇਸ਼ਨ ਵੇਲੇ ਹਾਲ ਹੈ, ਜੇ ਕਾਂਗਰਸ ਨੇ ਕੰਮ ਚੰਗਾ ਕੀਤਾ ਤੇ ਘਬਰਾਉਂਦੇ ਕਿਉਂ ਨੇ? ਮੈਂ ਕਹਿੰਦਾ ਵਿਰੋਧੀਆਂ ਦੇ ਕਾਗਜ਼ ਆਪ ਜਾ ਕੇ ਦਾਖਲ ਕਰਾਉਣ, ਚੁਣਾਵ ਦੇ ਮੈਦਾਨ 'ਚ ਫੈਸਲਾ ਲੋਕ ਕਰ ਦੇਣਗੇ। ਮਗਰ ਇਹ ਉਦੋਂ ਹਾਲਾਤ ਪੈਦਾ ਹੁੰਦੇ ਜਦ ਕਾਂਗਰਸ ਨੂੰ ਆਪਣੀ ਕਮਜ਼ੋਰੀ ਸਾਹਮਣੇ ਦਿਸੇ। ਕੈਪਟਨ ਅਮਰਿੰਦਰ ਸਿੰਘ ਨੇ ਆਲ ਪਾਰਟੀ ਮੀਟਿੰਗ ਵੀ ਸੱਦੀ ਹੈ। ਤੁਸੀਂ ਸਮਝਦੇ ਹੋ ਯਾਰ, ਜਿਹੜਾ ਬੰਦਾ 2-2 ਮਹੀਨੇ ਜੀ ਦੇ ਦਰਸ਼ਨ ਨਾ ਹੋਣ, ਆਪਦੇ ਵਜ਼ੀਰਾਂ ਨੂੰ ਨਾ ਲੱਦਣ, ਇਹ ਆਲ ਪਾਰਟੀ ਮੀਟਿੰਗ ਕੱਲਾ ਤੇ ਕੱਲਾ ਭਾਜਪਾ ਨੂੰ ਦਿੱਲੀ 'ਚ ਖੁਸ਼ ਕਰਨ ਵਾਸਤੇ ਸੱਦੀ ਹੈ। ਇਹ ਦੇਖੋ, ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਗੱਲ ਤਾਂ ਅੱਜ ਵੈਸੇ ਗੱਲ ਬੜੀਆਂ ਹੋਰ ਕਰਨੀਆਂ ਸੀ, ਅੱਜ ਗੱਲ ਹੋਰ ਨੂੰ ਪਾਸੇ ਨੂੰ ਚਲੀ ਗਈ ਹੈ ਕਿਉਂਕਿ ਇਹ ਜਿਹੜਾ ਲੋਕਤੰਤਰ ਦੇ ਉੱਤੇ ਜੋ ਅੱਜ ਹਮਲਾ ਹੋਇਆ, ਮਗਰ ਬੀਜੇਪੀ ਦੇ ਦਿੱਲੀ ਦੇ ਇਸ਼ਾਰੇ ਤੇ ਤਾਂ ਸਾਰੇ ਕੰਮ ਕਾਂਗਰਸ ਦੀ ਸਰਕਾਰ ਪੰਜਾਬ 'ਚ, ਦਿੱਲੀ ਦੇ ਜਿਹੜੇ ਸਾਡੇ ਕਿਸਾਨ ਬੈਠੇ ਆ ਉਹਨਾਂ ਦੀ ਹੱਕ ਦੀ ਗੱਲ ਨਹੀਂ ਕਰ ਰਹੀ।
ਉਹਨਾਂ ਦੇ ਉਲਟ ਰਲ ਕੇ ਕੇਂਦਰ ਦੀ ਸਰਕਾਰ ਨਾਲ ਇੱਥੇ ਗੱਲਾਂ ਕਰ ਰਹੀ ਹੈ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ 122 ਬੰਦੇ ਜਿਹ 'ਚ ਕਈ 80 ਸਾਲਾਂ ਨੇ, ਕਈ 18 ਸਾਲਾਂ ਦੇ ਨੇ, 20 ਸਾਲਾਂ ਦੇ ਨੇ, ਉਹ ਅੰਦਰ ਦਿੱਤੇ ਹੋਏ ਆ। ਉਹਨਾਂ ਦੀ ਵਿਚਾਰਿਆਂ ਦੀ ਗਲਤੀ ਕੀ ਆ? ਤਾਂ ਆਪਦੀ ਜ਼ਿੰਦਗੀ ਮੌਤ ਦੀ, ਰੋਜੀ ਰੋਟੀ ਦੀ ਲੜਾਈ ਲੜ ਰਹੇ, ਕਿਸਾਨੀ ਦੀ, ਔਰ ਉਹਨਾਂ ਦੀ ਖਬਰ ਹੀ ਕਿਸੇ ਨੂੰ ਨਹੀਂ। ਔਰ ਮੈਂ ਤੁਹਾਨੂੰ ਜਿਹੜੀ ਦੂਜੀ ਗੱਲ ਕਹੀ ਆ, ਅੱਜ ਮੈਂ ਆਪਦੀ ਸਾਰੀ ਟੀਮ ਨਾਲ ਦਿੱਲੀ ਗੱਲ ਕੀਤੀ ਸੀ, ਕਿਉਂਕਿ ਅਸੀਂ ਕਈ ਕੇਸ ਲੜ ਰਹੇ ਹਾਂ। ਔਰ ਰਣਜੀਤ ਸਿੰਘ ਨਾਲ ਵੀ ਦੇਖੋ, ਇੱਕ ਗੁਰੂ ਦੇ ਸਿੱਖ ਨਾਲ, ਅੰਮ੍ਰਿਤਧਾਰੀ ਸਿੰਘ ਨਾਲ, ਕੀ ਪੁਲਿਸ ਦੀ ਉਹ ਫੋਟੋ ਤੁਹਾਨੂੰ 84 ਨਹੀਂ ਯਾਦ ਕਰਾਉਂਦੀ, ਜਿੱਥੇ ਉਹਦੇ ਦਾੜੇ ਤੇ ਉਹਦੇ ਕੇਸਾਂ ਦੀ ਬੇਅਦਬੀ, ਜਿਸ ਤਰੀਕੇ ਨਾਲ ਦਾੜੇ ਤੇ ਪੁਲਿਸ ਵਾਲੇ ਨੇ ਪੈਰ ਰੱਖਿਆ, ਕੀ ਉਹ ਪੁਲਿਸ ਲਾਅ ਐਂਡ ਆਰਡਰ ਲਾਗੂ ਕਰ ਰਹੀ ਹੈ ਕਿ ਪੁਲਿਸ ਲਿੰਚਿੰਗ ਆਪ ਕਰ ਰਹੀ ਹੈ? ਔਰ ਉਸ ਸ਼ਖਸ ਨੂੰ ਜਾਂ ਬਾਕੀਆਂ ਨੂੰ ਸਾਡੇ ਐਮਪੀ ਸਾਹਿਬਾਨ ਮਿਲਣਾ ਚਾਹੁੰਦੇ ਸੀ, ਭੈਣ ਜੀ ਹਰਸਿਮਰਤ ਕੌਰ ਬਾਦਲ ਜੀ, ਸੁਖਬੀਰ ਜੀ, ਸਾਹਿਬ ਮਨਜਿੰਦਰ ਸਿੰਘ ਜੀ, ਹਲੇ ਤੱਕ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਅੱਜ ਕੋਰਟ ਨੇ ਨੋਟਿਸ ਲੈ ਲਿਆ ਇਸ ਗੱਲ ਦਾ, ਮਗਰ ਜੇਲ੍ਹ ਕਿਹਦੇ ਕੋਲ ਹੈ? ਪ੍ਰਸ਼ਾਸਨ ਸਾਰਾ ਆਮ ਆਦਮੀ ਪਾਰਟੀ ਕੋਲ ਦਿੱਲੀ 'ਚ। ਉਹ ਕਿਉਂ ਨਹੀਂ ਮਿਲਣ ਦੇਣ ਦੇ ਰਹੇ? ਕਿਉਂਕਿ ਫਿਰ ਗੱਲ ਰਲੀ ਹੈ ਦਿੱਲੀ ਨਾਲ। ਸੋ ਇਹ ਜਿਹੜਾ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ, ਕਿਸਾਨੀ ਦਾ ਐਡਾ ਵੱਡਾ ਸੰਘਰਸ਼ ਚੱਲ ਰਿਹਾ ਹੈ, ਉਸ ਨੂੰ ਟੋਰਪੀਡੋ ਕਰਨ ਵਾਸਤੇ ਜੋ ਫੋਰਸਿਸ ਚੱਲ ਰਹੀਆਂ, ਉਹ ਬੜੇ ਅਫਸੋਸ ਦੀ ਗੱਲ ਹੈ। ਮਗਰ ਅੱਜ ਮੈਂ ਇਹ ਗੱਲ ਤੇ ਨਹੀਂ ਜਾਂਦਾ। ਅੱਜ ਸਾਡਾ ਮੇਨ ਮਕਸਦ ਸੀ ਸਾਡੇ ਜਿਹੜਾ ਅੱਜ ਇਨਸੀਡੈਂਟ ਹੋਇਆ। ਦੂਜਾ ਮੈਂ ਤੁਹਾਨੂੰ ਤਾਂ ਯਾਦ ਕੀਤਾ ਸੀ ਕਿ ਸਾਡੇ ਇੱਥੋਂ 3 ਪਰਿਵਾਰ ਨੇ ਜਿਹੜੇ ਇਸ ਅੰਦੋਲਨ 'ਚ ਆਪਦੀ ਵਡਮੁੱਲੀ ਕੁਰਬਾਨੀ ਦੇ ਗਏ। ਇੱਕ ਤਾਂ ਸਰ ਮੰਗਲ ਸਿੰਘ ਸਨ, ਰੂਪੋ ਵਾਲੀ ਖੁਰਦ ਤੋਂ, ਮੇਰੇ ਹਲਕੇ ਤੋਂ। ਉਹਨਾਂ ਨੇ ਇੱਥੇ ਵਾਰ-ਵਾਰ ਉਹ ਜਾ ਕੇ ਭਾਜਪਾ ਦੇ ਲੀਡਰਾਂ ਦੇ ਘਰ ਬੈਠਦੇ ਸਨ, ਧਰਨਾ ਦਿੰਦੇ ਸਨ ਹੱਕੀ ਮੰਗਾਂ ਲਈ। ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੇ ਪਰਿਵਾਰ ਵਾਸਤੇ ਨਾਲ ਹੀ ਸਾਡੇ ਰਤਨ ਸਿੰਘ ਜੀ, ਬਜ਼ੁਰਗ ਬਾਪੂ ਜੀ, 85 ਸਾਲ ਦੀ ਉਹਨਾਂ ਦੀ ਉਮਰ ਸੀ। ਉਹਨਾਂ ਦਾ ਕਾਕਾ ਐਕਸ ਸਰਵਿਸਮੈਨ ਹੈ, ਐਕਸ ਫੌਜੀ ਹੈ। ਉਹਨਾਂ ਦੇ ਬਜ਼ੁਰਗਾਂ ਦੀ ਕੁਝ ਸਮਾਂ ਪਹਿਲਾਂ ਹੀ ਕੋਟਲੀ ਢੋਲੇ ਸ਼ਾਹ ਪਿੰਡ ਤੋਂ ਡੈਥ ਹੋਈ ਹੈ। ਉਹਨਾਂ ਦੀ ਮਦਦ ਵਾਸਤੇ ਤੇ ਨਾਲ ਹੀ ਇੱਕ ਸਾਡੇ ਗਗੜੇਵਾਲ ਪਿੰਡ ਤੋਂ ਕੁਲਵੰਤ ਸਿੰਘ ਹੁਰੀ ਨੇ, ਉਹਨਾਂ ਦੀ ਮਦਦ ਵਾਸਤੇ ਮੈਂ ਬੜਾ ਧੰਨਵਾਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਾਡੀ ਟੀਮ ਹੈ, NRI ਵਿੰਗ ਵਾਲੇ ਵੀਰ, ਉਹ ਸਾਰੇ ਸਾਡੇ ਸਾਥ, ਤਾਰਾ ਸਿੰਘ ਜੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਉਹਨਾਂ ਦੇ ਸੁਪੁੱਤਰ ਸਾਹਿਬ ਬਲਦੇਵ ਸਿੰਘ ਜੀ, ਉਹਨਾਂ ਦੇ ਨਾਲ ਸਾਹਿਬ ਪਾਲ ਸਿੰਘ ਜੀ, ਖਲੀਲ ਸਾਹਿਬ, ਸਾਹਿਬ ਹਰਵਿੰਦਰ ਸਿੰਘ ਜੀ, ਇਹ ਸਾਰਿਆਂ ਨੇ ਆਪਣੇ ਕੋਲੋਂ 1-1 ਲੱਖ ਦੀ ਮਦਦ, ਇੱਕ ਸਤਿਕਾਰ ਵਜੋਂ ਜਿੰਨੇ ਵੀ ਸਾਡੇ ਪੰਜਾਬੀ ਵੀਰ ਆ ਉਹਨਾਂ ਵੱਲੋਂ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਲੈ ਕੇ ਆਏ ਆ। ਸੋ ਅੱਜ ਉਹ ਪ੍ਰੋਗਰਾਮ ਸੀ, ਉਹ ਵੀ ਤੁਹਾਡੇ ਅੱਗੇ ਉਹ ਪਰਿਵਾਰਾਂ ਨੂੰ ਵੀ ਮਿਲਾਵਾਂਗੇ ਔਰ ਉਹਨਾਂ ਦੀ ਇਹ ਮਦਦ ਵੀ ਕਰਨ ਵਾਸਤੇ ਇੱਥੇ ਆਏ ਆ। ਇਸ ਲਈ ਮੈਂ ਇਹਨਾਂ ਸਾਰੇ ਭਰਾਵਾਂ ਦਾ, ਆਪਣੇ ਸਾਹਿਬ ਤਾਰਾ ਸਿੰਘ ਜੀ ਦਾ, ਸਾਹਿਬ ਬਲਦੇਵ ਸਿੰਘ ਜੀ ਦਾ, ਪਾਲ ਸਿੰਘ ਜੀ ਦਾ, ਸਾਹਿਬ ਹਰਵਿੰਦਰ ਸਿੰਘ ਜੀ ਦਾ, ਇਹਨਾਂ ਦੇ ਸਾਥੀ ਸਾਹਿਬਾਨਾਂ ਦਾ, ਜਿਨ੍ਹਾਂ ਨੇ ਵਾਕਈ ਕਿਸਾਨੀ ਸੰਘਰਸ਼ 'ਚ ਵੱਡਾ ਯੋਗਦਾਨ ਪਾਇਆ, ਉਹਨਾਂ ਦਾ, ਭਰਾਵਾਂ ਦਾ, NRI ਵੀਰਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਆ ਜਾਓ ਜੀ, ਆ ਜਾਓ ਪਰਿਵਾਰ, ਆ ਜਾਏ ਇੱਥੇ ਜਗ੍ਹਾ ਉਹਨਾਂ ਨੂੰ ਨਾਲ। ਜਿਹੜੇ ਕਿਸਾਨ ਦਿੱਲੀ ਦੇ ਬਾਰਡਰ ਤੇ ਬੈਠੇ ਨੇ, ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਸਮੂਹ ਜਿਹੜਾ ਉੱਥੇ ਇਸ ਟਾਈਮ ਬੈਠਾ, ਕਿ ਚੋਣਾਂ ਦੇ ਵਿੱਚੋਂ ਵੋਟਾਂ ਦਾ ਆਪਣਾ ਯੋਗਦਾਨ ਪਾਉਣ ਲਈ ਵਾਪਸ ਆਉਣਗੇ ਜੀ? ਦੇਖੋ ਕਿਹੜੀ ਚੋਣਾਂ 'ਚ ਜੀ? ਜਿਹੜੀ ਆਪਣੇ ਨਹੀਂ, ਉਹ ਨਹੀਂ ਹੋਣਾ ਜੀ। ਸੁਭਾਅ ਜਿਹੜੇ ਉੱਥੇ ਮੋਰਚੇ ਤੇ ਡਟੇ ਆ, ਉਹਨਾਂ ਨੇ ਵਿਚਾਰਿਆਂ ਨੇ ਕਿੱਥੋਂ ਵਾਪਸ ਆਉਣਾ? ਇਹ ਦੇਖੋ, ਇਹ 2-3 ਚੀਜ਼ਾਂ ਕੈਪਟਨ ਸਾਹਿਬ ਨੇ ਬੜੀ ਸ਼ਰਾਰਤ ਨਾਲ ਕੀਤੀਆਂ ਨੇ, ਔਰ ਕੀਤੀਆਂ ਸਿਰਫ ਦਿੱਲੀ ਦੇ ਕੇਂਦਰ ਦੇ BJP ਦੇ ਇਸ਼ਾਰੇ ਤੇ। ਸਕੂਲ ਕਾਲਜ ਖੋਲੇ, ਉਹ ਸਿਰਫ ਇਸ ਲਈ ਖੋਲੇ ਕਿ ਜੀ ਸਭ ਉਧਰ ਨਾ ਜਾਣ, ਦਿੱਲੀ ਦੇ ਬਾਰਡਰਾਂ ਤੇ ਇੱਥੇ ਫਸ ਜਾਣ। ਇਲੈਕਸ਼ਨਾਂ ਜੇ ਤੁਸੀਂ ਸਾਲ ਭਰ ਨਹੀਂ ਕਰਾਈਆਂ ਤੇ 2 ਮਹੀਨੇ ਹੋਰ ਗਾਂ ਪਾ ਦਿੰਦੇ। ਮਗਰ ਅਸੀਂ ਆਪੋਜੀਸ਼ਨ ਪਾਰਟੀ ਨੇ ਇੱਕ ਵਾਰੀ ਗੱਲ ਕਹੀ, ਅਸੀਂ ਬਾਰ-ਬਾਰ ਨਹੀਂ ਇਹ ਗੱਲ ਕਹੀ, ਕਿਉਂਕਿ ਕਾਂਗਰਸ ਨੂੰ ਇੱਕ ਬਹਾਨਾ ਚਾਹੀਦਾ ਸੀ ਕਿ ਇਹ ਚੋਣਾਂ ਤੋਂ ਭੱਜਦੇ ਆ। ਮਗਰ ਇਹ ਅਸਲੀਅਤ ਹੋ ਗਈ ਕਿ ਚੋਣਾਂ ਨੂੰ ਵਿੱਚ ਰੱਖਣਾ, ਜਦੋਂ ਐਡਾ ਵੱਡਾ ਸੰਘਰਸ਼ ਚੱਲ ਰਿਹਾ ਹੋਵੇ ਦੇਸ਼ ਦਾ, ਇਹ ਸਾਰਾ ਕੁਝ ਇੱਕ ਰਲੀ ਮਿਲੀ ਭੁਗਤ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਨਾਲ ਹੈ, ਉਹ ਸਾਹਮਣੇ ਆਉਂਦੀ ਹੈ। ਜੇ ਤੁਸੀਂ ਸਾਲ ਭਰ ਨਹੀਂ ਕਰਾਈ ਤੇ ਹੁਣ ਕਿਹੜੀ ਆਫਤ ਆ ਗਈ ਸੀ? ਜੇ ਤੁਸੀਂ ਐਡੇ ਚਿੰਤਿਤ ਸੀ ਇਲੈਕਸ਼ਨਾਂ ਵਾਸਤੇ, ਫਿਰ ਸਾਲ ਪਹਿਲਾਂ ਕਰਾ ਲੈਂਦੇ। 1.5 ਸਾਲ ਤੋਂ ਡਿਊ ਆ, ਕਦੋਂ ਦੀ ਡਿਊ ਆ ਇਲੈਕਸ਼ਨ? ਸੋ ਇਹ ਕਈ ਗੱਲਾਂ ਨੇ। ਔਰ ਚਲੋ
ਸੰਘਰਸ਼ ਵੀ ਬੜਾ ਜ਼ਰੂਰੀ ਆ ਜੀ, ਕਿਉਂਕਿ ਪੰਜਾਬ ਇੱਕ ਐਗਰੀਕਲਚਰ ਇਕਾਨਮੀ ਆ, ਦੇਸ਼ ਇੱਕ ਐਗਰੀਕਲਚਰ ਇਕਾਨਮੀ ਆ, ਉਹ ਸੰਘਰਸ਼ ਕਾਮਯਾਬ ਹੋਣਾ ਚਾਹੀਦਾ। ਰਵਨੀਤ ਬਿੱਟੂ ਦੀ ਉੱਥੇ ਜਦੋਂ ਗਏ ਸੀ ਉਹਦੇ ਨਾਲ ਵੀ ਕਾਫੀ ਵਿਰੋਧਤਾ ਹੋਈ ਜੀ ਉੱਥੇ, ਕੀ ਕਾਂਗਰਸ ਨੂੰ ਪਸੰਦ ਨਹੀਂ ਕਰਦਾ ਜੀ ਕਿਸਾਨੀ ਸੰਘਰਸ਼? ਕੱਲ ਉਹ ਅਸਲ 'ਚ ਨਾ ਅੱਜ ਮੌਕਾ ਨਹੀਂ, ਉਹ ਵੀਡੀਓ ਚੱਲ ਰਹੀ ਹੈ, ਤੁਸੀਂ ਵੇਖੀ ਹੈ ਨਾ ਦੋਵੇਂ ਕਾਂਗਰਸ MP ਦੀ, ਥੱਲੇ ਕਈ ਆਖੀ ਜਾਂਦੇ ਅਤਰੋ ਚਤਰੋ ਦੀ, ਕੀ ਕਰੀ ਜਾਂਦੇ ਉੱਥੇ? ਬਸ ਇਸ ਤਰ੍ਹਾਂ ਲੋਕਾਂ ਨੂੰ ਮੂਰਖ ਬਣਾਉਂਗੇ ਜੀ। ਜਿਹੜੇ ਉਹ MP ਬੈਠੇ ਆ, ਮੈਂ ਕਹਿਣਾ ਨਹੀਂ ਚਾਹੁੰਦਾ, ਚਲੋ ਸਾਰੇ ਸਤਿਕਾਰਯੋਗ ਹੈ, ਸ਼ਾਮ ਨੂੰ ਉੱਥੇ ਮੁਰਗਾ ਪੈਗ ਕੀ ਕੁਛ ਨਹੀਂ ਚੱਲਦਾ। ਮਤਲਬ ਤੁਸੀਂ ਵੇਖਿਆ ਹੀ ਆ, ਉਹ ਪੱਤਰਕਾਰ ਸਾਡੀ ਭੈਣ ਨਾਲ ਬਦਸਲੂਕੀ, ਬਾਕੀ ਕੀ ਕੁਛ ਹੋਇਆ, ਕੀ ਉਹਨਾਂ ਦੇ ਬਾਰੇ ਜਿੰਨੀ ਘੱਟ ਗੱਲ ਕੀਤੀ ਜਾਵੇ ਉਨੀ ਚੰਗੀ। ਔਰ BJP ਜੋ ਕਹਿੰਦੀ ਆ ਉਹੀ ਇਹ ਕੁਛ ਕਹਿੰਦੇ। ਭਾਜਪਾ ਦੇ ਵੀ ਪਹਿਲਾਂ ਕਹਿੰਦੇ ਸੀ ਇਹ ਤਾਂ ਦਲਾਲ ਨੇ ਜੀ, ਕਿਸਾਨ ਨਹੀਂ ਆ, ਫਿਰ ਕਹਿੰਦੇ ਸੀ ਅਰਬਨ ਨਕਸਲ ਹੈ ਜੀ, ਫਿਰ ਕਹਿੰਦੇ ਸੀ ਜੀ ਨਹੀਂ ਜੀ ਇਹ ਤਾਂ ਪਾਕਿਸਤਾਨ ਤੇ ਅਮਰੀਕਾ ਦੇ ਆਪਣਾ ਚੀਨ ਦੇ ਏਜੰਟ ਨੇ ਜੀ, ਫਿਰ ਕਹਿੰਦੇ ਸੀ ਇਹ ਵਿਚੋਲੀਏ ਹੈ ਜੀ। ਉਹੀ ਕੁਛ ਇਹਨਾਂ ਦੇ ਕਾਂਗਰਸ ਦੇ MP ਕਹੀ ਜਾਂਦੇ ਖਾਲਿਸਤਾਨੀ ਨੇ। ਹੁਣ ਇਹਨਾਂ ਦੀ ਜਿੰਨੀ ਘੱਟ ਗੱਲ ਕੀਤੀ ਜਾਵੇ ਉਨੀ ਚੰਗੀ ਆ। ਉਹ ਤਾਂ ਦਿੱਲੀ ਬੈਠੇ ਉਹਨਾਂ ਨੇ ਖੁਸ਼ ਰੱਖਣਾ, ਉਹ ਦਿੱਲੀ ਦੀ ਸਰਕਾਰ ਨੂੰ ਕਰਨ ਆਪਦਾ ਕੰਮ ਜਿਹੜਾ ਕਰਨਾ। ਸਰਕਾਰ ਉੱਥੇ ਨੈਟ ਬੰਦ ਕਰ ਰਹੀ ਹੈ ਜਾਂ ਰਸਤੇ ਬੰਦ ਕੀਤੇ ਜਾ ਰਹੇ, ਘੇਰਾਬੰਦੀ ਕੀਤੀ ਜਾ ਰਹੀ, ਲੱਗਦਾ ਕਿਸਾਨੀ ਸੰਘਰਸ਼ ਨੂੰ ਟਾਲਣਾ ਚ ਦੇਖੋ ਐਮਰਜੈਂਸੀ ਵਾਲੀ ਸਿਚੁਏਸ਼ਨ ਇੰਦਰਾ ਗਾਂਧੀ ਦੀ ਅੱਜ ਪੈਦਾ ਕੀਤੀ ਜਾ ਰਹੀ। ਇਹ ਡਿਕਟੇਟਰਸ਼ਿਪ, ਮੈਂ ਦੂਜੇ ਮੁਲਕਾਂ ਨਾਲ ਆਪਦੇ ਮੁਲਕ ਨੂੰ ਵਾਰ ਤੇ ਜਾਂਦੇ ਅਸੀਂ ਸਭ ਨੇ ਵੇਖਿਆ, ਮਗਰ ਆਪਣਿਆਂ ਨਾਲ ਵਾਰ ਤੇ ਜਾਣ ਦਾ ਮੈਂ ਪਹਿਲੀ ਵਾਰੀ ਵੇਖਿਆ। ਜਿਸ ਤਰੀਕੇ ਦਾ ਉੱਥੇ ਉਹ ਕਿੱਲਾਂ ਗੱਡੀਆਂ ਜਾ ਰਹੀਆਂ, ਉਹ ਚਾਰ ਉਹ ਜਿਹੜੇ ਬਲੌਕਸ ਲਾਈ ਜਾ ਰਹੇ ਆ ਸੀਮੈਂਟ ਦੇ, ਜੋ ਕੁਝ ਕੀਤਾ ਜਾ ਰਿਹਾ, ਇਸ ਦਾ ਨੇਸ਼ਨ ਐਟ ਵਾਰ ਵਿਦ ਇਟਸ ਓਨ, ਆਪਣੇ ਕਿਸਾਨਾਂ ਨਾਲ ਐਟ ਵਾਰ ਹੈ। ਬੜੀ ਚਿੰਤਾ ਦੀ ਗੱਲ ਹੈ, ਇਹ ਕੋਈ ਗੱਲ ਚੰਗੀ ਨਹੀਂ। ਜਦ 70% ਲੋਕ ਇਸ ਗੱਲ ਤੋਂ ਆਹਤ ਨੇ ਤੇ ਇਸ ਗੱਲ ਨੂੰ ਐਡਰੈਸ ਕਰਨਾ ਚਾਹੀਦਾ। ਇਸ ਤਰੀਕੇ ਦਾ ਰਵੱਈਆ ਵਤੀਰਾ, ਕੋਈ ਟਵਿੱਟਰ ਹੈਂਡਲ ਬਲੌਕ ਕਰ ਦਿਓ, ਪੱਤਰਕਾਰਾਂ ਨੂੰ ਅੰਦਰ ਦੇ ਦਿਓ। ਪੱਤਰਕਾਰਾਂ ਨੇ ਵਿਚਾਰਿਆਂ ਨੇ ਸਹੀ ਗੱਲ ਦੱਸੀ, ਉਹਨਾਂ ਨੇ ਤਾਂ ਜੇ ਸਰਕਾਰ ਚੰਗੀ ਗੱਲ ਕਰਦੀ ਹੈ ਉਹ ਵੀ ਦੱਸਦੇ ਆ, ਜੇ ਸਰਕਾਰ ਗਲਤ ਕੰਮ ਕਰਦੀ ਹੈ ਲੋਕਾਂ ਨਾਲ ਧੱਕਾ ਕਰ ਰਹੇ ਤੇ ਪੱਤਰਕਾਰ ਦਾ ਧਰਮ ਉਹ ਵੀ ਹੈ ਕਿ ਉਹ ਵੀ ਦੱਸਣਾ। ਉਹਨੂੰ ਅੰਦਰ ਦੇ ਦਿੱਤਾ ਫੜ ਕੇ, ਕਈਆਂ ਤੇ ਸੈਡੇਸ਼ਨ ਦੇ ਚਾਰਜ ਲਾਤੇ। ਇਹ ਸਾਰੀ ਚੀਜ਼ਾਂ ਤਾਂ ਇੰਦਰਾ ਗਾਂਧੀ ਦੇ ਐਮਰਜੈਂਸੀ ਵੇਲੇ ਅਸੀਂ ਤਾਂ ਨਿੱਕੇ ਸੀ, ਉਦੋਂ ਹੀ ਇਹ ਗੱਲਾਂ ਸੁਣੀਆਂ ਸੀ ਜਾਂ ਅੱਜ ਦੇਖ ਰਹੇ। ਬਜਟ ਬਾਰੇ ਕੀ ਕਹੋਗੇ? ਇਹ ਲੱਗ ਰਿਹਾ ਸੀ 2022 ਤੱਕ ਕਿਸਾਨਾਂ ਦੇ ਹਮਲੇ ਹੋ ਰਹੇ ਆ, ਇਹਦਾ ਅਕਾਲੀ ਦਲ ਕੋਈ ਐਕਸ਼ਨ ਪ੍ਰੋਗਰਾਮ ਉਲੀਕੇਗਾ ਜੀ? ਦੇਖੋ ਅੱਜ ਪਾਰਟੀ ਦੀ ਮੀਟਿੰਗ ਹੋਣੀ ਆ ਜੀ ਸ਼ਾਮ ਨੂੰ, ਉਹ ਤੋਂ ਬਾਅਦ ਕੀ ਸਾਰੀ ਰਣਨੀਤੀ ਹੈ ਉਹ ਤੁਹਾਡੇ ਸਾਹਮਣੇ ਕੱਲ ਤੱਕ ਆਈ ਜਾਊਗੀ। ਮਗਰ ਓਬਵੀਅਸਲੀ ਅਸੀਂ ਆਪ ਦੀ ਜਾਨ ਮਾਲ ਦੀ ਰੱਖਿਆ, ਲੋਕਾਂ ਦੀ, ਜੇ ਸਰਕਾਰ ਫੇਲ ਹੋ ਗਈ ਹੈ ਤੇ ਉਹਨਾਂ ਦੀ ਜੋ ਲੋਕਤੰਤਰ ਬਹਾਲ ਰਵੇ ਉਹਦੇ ਲਈ ਤਾਂ ਹਰ ਤਰੀਕੇ ਦੀ ਲੜਾਈ ਲੜਾਂਗੇ। ਸਾਰ ਬਾਦਲ ਇੰਨੇ ਚਿਰ ਦੇ ਲੜਦੇ। ਤੁਸੀਂ ਕਹਿ ਰਹੇ ਹੋ ਧੱਕੇਸ਼ਾਹੀ ਲਗਾਤਾਰ ਹੋ ਰਹੀ ਹੈ, ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਸਾਡੇ ਪੰਜਾਬੀ ਬੈਠੇ ਹੋਏ ਆ, ਤੇ ਕੀ ਅਕਾਲੀ ਦਲ ਇਸ ਇਲੈਕਸ਼ਨ ਦਾ ਬਾਈਕਾਟ ਵੀ ਕਰ ਸਕਦਾ ਜਾਂ ਤੁਸੀਂ ਚੋਣ ਇਹਨੂੰ ਲੜੋਗੇ? ਉਹ ਭਰਾਵਾ ਮੇਰੇ ਵੱਲੋਂ ਮੈਂ ਨਹੀਂ ਇਹ ਫੈਸਲਾ ਕਰ ਸਕਦਾ, ਇਹ ਤਾਂ ਪਾਰਟੀ ਫੈਸਲਾ ਕਰ ਸਕਦੀ ਆ। ਅਸੀਂ ਤਾਂ ਗੁਰੂ ਦੀ ਬਖਸ਼ਿਸ਼ ਨਾਲ ਚੋਣ ਲੜਾਂਗੇ ਵੀ, ਔਰ ਕਾਂਗਰਸ ਦੀ ਧੱਕੇਸ਼ਾਹੀ ਦਾ ਡਟਵਾਂ ਜਵਾਬ ਦੇਵਾਂਗੇ, ਖਲੋਵਾਂਗੇ। ਇਹ ਕਾਂਗਰਸ ਦੀ B ਟੀਮ ਵਾਂਗੂ ਮੈਦਾਨ ਛੱਡ ਕੇ ਨਹੀਂ ਭੱਜਾਂਗੇ, ਅਸੀਂ ਖਲੋ ਕੇ ਲੜਾਂਗੇ।